ਵੈਲਕਮ ਪੰਜਾਬੀ shorthand.com ਵੀ ਰੈਡੀ ਸਟਾਰਟ। ਕੁਝ ਦਿਨ ਪਹਿਲਾਂ ਦੇਸ਼ ਦੀ ਵਿੱਤ ਮੰਤਰੀ ਨੇ ਸਰਕਾਰ ਦੀਆਂ ਸੰਪਤੀਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਜੋ ਗੱਲ ਕਹੀ ਹੈ, ਉਸ ਨੂੰ ਅਸੀਂ ਦੇਸ਼ ਲਈ ਇੱਕ ਮੰਦਭਾਗਾ ਅਮਲ ਸਮਝਦੇ ਹਾਂ। ਡੰਡੀ ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ ਲਈ ਇਸ ਦੇ ਕੀ ਨਤੀਜੇ ਨਿਕਲ ਸਕਦੇ ਹਨ, ਹਾਲੇ ਤਾਂ ਉਹਨਾਂ ਦਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ, ਪਰ ਇਹ ਗੱਲ ਯਕੀਨੀ ਹੈ ਕਿ ਜਨ ਸਧਾਰਨ ਨੂੰ ਆਪਣੀ ਜੀਵਨ ਤੌਰ ਲਈ ਵੱਡੀਆਂ ਕੰਪਨੀਆਂ ਅਤੇ ਸ਼ਾਹੂਕਾਰਾਂ ਵੱਲ ਵੇਖਣਾ ਪਵੇਗਾ। ਡੰਡੀ ਅੱਜ ਚਾਹੇ ਰਾਹੁਲ ਗਾਂਧੀ ਇਸ ਗੱਲ 'ਤੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਇਹ ਕਹਿੰਦੇ ਹਨ ਕਿ ਸਰਕਾਰ ਜਾਇਦਾਦ ਵੇਚਣ ਵਿੱਚ ਜੁਟ ਗਈ ਹੈ। ਡੰਡੀ ਦੇਸ਼ ਨੇ ਪਿਛਲੇ 70 ਸਾਲਾਂ ਵਿੱਚ ਜੋ ਕੁਝ ਕਮਾਇਆ ਹੈ, ਉਸ ਸੰਪਤੀ ਨੂੰ ਉਹ ਧਨਾਢਾਂ ਦੇ ਹਵਾਲੇ ਕਰ ਰਹੀ ਹੈ। ਡੰਡੀ ਇਸ ਨਾਲ ਜਿੱਥੇ ਨੌਜਵਾਨਾਂ ਦਾ ਭਵਿੱਖ ਤਬਾਹ ਹੋ ਜਾਏਗਾ, ਉੱਥੇ ਧਨਾਢਾਂ ਲਈ ਆਪਣੀ ਮਨਮਰਜ਼ੀ ਕਰਨ ਦਾ ਰਸਤਾ ਖੁੱਲ੍ਹ ਜਾਏਗਾ। ਡੰਡੀ ਇਹ ਵੀ ਕਿ ਦੇਸ਼ ਵਿੱਚ ਸੁਧਾਰਾਂ ਲਈ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਸਰਕਾਰ ਨੇ ਧਨ ਹਾਸਲ ਕਰਨ ਲਈ ਗਲਤ ਰਸਤਾ ਚੁਣਿਆ ਹੈ। ਡੰਡੀ ਕੋਈ ਵੀ ਦੇਸ਼ ਭਗਤ ਇਸ ਦਾ ਵਿਰੋਧ ਕਰੇਗਾ। ਡੰਡੀ ਇਹ ਵੀ ਕਿ ਅਜਿਹੀ ਵਿਵਸਥਾ ਨਾਲ ਰੁਜ਼ਗਾਰ ਦੇ ਅਵਸਰ ਖਤਮ ਹੋ ਜਾਣਗੇ। ਡੰਡੀ ਪਹਿਰਾ ਚਾਹੇ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ ਇਸ ਦਾ ਜਵਾਬ ਵਿੱਚ ਇਹ ਕਿਹਾ ਹੈ ਕਿ ਸਰਕਾਰ ਇਹਨਾਂ ਸੰਪਤੀਆਂ ਨੂੰ ਵੇਚ ਨਹੀਂ ਰਹੀ, ਸਗੋਂ ਇਹਨਾਂ ਨੂੰ ਪੱਟੇ 'ਤੇ ਦੇ ਰਹੀ ਹੈ। ਡੰਡੀ ਇਸ ਨਾਲ 60 ਲੱਖ ਕਰੋੜ ਰੁਪਏ ਕਮਾਏ ਜਾਣਗੇ। ਡੰਡੀ ਉਹਨਾਂ ਨੇ ਇਸ ਨੂੰ ਕੌਮੀ ਮੋਨੀਟਾਈਜੇਸ਼ਨ ਪਾਈਪਲਾਈਨ ਯੋਜਨਾ ਦਾ ਖਾਕਾ ਕਿਹਾ ਹੈ। ਡੰਡੀ ਜਿੱਥੋਂ ਤੱਕ ਆਰਥਿਕ ਉਦਾਰੀਕਰਨ ਦਾ ਸਬੰਧ ਹੈ, ਜਿਸ ਅਧੀਨ ਸਰਕਾਰੀ ਜਾਇਦਾਦਾਂ ਨੂੰ ਵੇਚਣ ਜਾਂ ਨਿੱਜੀਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ, ਇਹ ਨਰਸਿਮਹਾ ਰਾਓ ਦੀ ਸਰਕਾਰ ਵੇਲੇ 1991 ਵਿੱਚ ਸ਼ੁਰੂ ਹੋਇਆ ਸੀ। ਡੰਡੀ ਡਾਕਟਰ ਮਨਮੋਹਨ ਸਿੰਘ ਉਸ ਸਮੇਂ ਕੇਂਦਰੀ ਵਿੱਤ ਮੰਤਰੀ ਸਨ। ਡੰਡੀ ਕੇਂਦਰ ਵਿੱਚ ਕਾਂਗਰਸ ਦੀ ਹਕੂਮਤ ਸਮੇਂ ਹੀ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਰਕਾਰੀ ਖੇਤਰ ਵਿੱਚ ਵੱਧ ਤੋਂ ਵੱਧ ਅਸਾਸੇ ਲਾਉਣ ਦੀ ਯੋਜਨਾ ਨੂੰ ਵੱਡੀ ਹੱਦ ਤੱਕ ਬਦਲ ਦਿੱਤਾ ਗਿਆ ਸੀ। ਡੰਡੀ ਅੱਜ ਜੇਕਰ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ, ਤਾਂ ਉਸ ਲਈ ਇਹ ਸੋਚਣ ਦੀ ਵੀ ਲੋੜ ਹੈ ਕਿ ਕੇਂਦਰ ਵਿੱਚ ਉਸ ਦੇ ਪ੍ਰਸ਼ਾਸਨ ਸਮੇਂ ਅਜਿਹੀ ਲੀਹ ਪਾ ਦਿੱਤੀ ਗਈ ਸੀ। ਡੰਡੀ ਪਰ ਹੁਣ ਇਸ ਪ੍ਰਕਿਰਿਆ ਨੂੰ ਮੋਦੀ ਸਰਕਾਰ ਨੇ ਪੂਰੀ ਤੇਜ਼ੀ ਨਾਲ ਇਸ ਰਸਤੇ 'ਤੇ
ਪਾ ਦਿੱਤਾ ਹੈ ਡੰਡੀ। ਉਸਨੇ ਸੜਕਾਂ, ਰੇਲਵੇ ਸਟਾਪ। ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਕੁਝ ਦਿਨ ਪਹਿਲਾਂ ਦੇਸ਼ ਦੀ ਵਿੱਤ ਮੰਤਰੀ ਨੇ ਸਰਕਾਰ ਦੀਆਂ ਸੰਪਤੀਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਜੋ ਗੱਲ ਕਹੀ ਹੈ, ਉਸ ਨੂੰ ਅਸੀਂ ਦੇਸ਼ ਲਈ ਇੱਕ ਮੰਦਭਾਗਾ ਅਮਲ ਸਮਝਦੇ ਹਾਂ ਡੰਡੀ। ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ ਲਈ ਇਸ ਦੇ ਕੀ ਨਤੀਜੇ ਨਿਕਲ ਸਕਦੇ ਹਨ, ਹਾਲੇ ਤਾਂ ਉਨ੍ਹਾਂ ਦਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ, ਪਰ ਇਹ ਗੱਲ ਯਕੀਨੀ ਹੈ ਕਿ ਜਨ ਸਾਧਾਰਨ ਨੂੰ ਆਪਣੀ ਜੀਵਨ ਤੋਰ ਲਈ ਵੱਡੀਆਂ ਕੰਪਨੀਆਂ ਅਤੇ ਸ਼ਾਹੂਕਾਰਾਂ ਵੱਲ ਵੇਖਣਾ ਪਵੇਗਾ ਡੰਡੀ। ਅੱਜ ਚਾਹੇ ਰਾਹੁਲ ਗਾਂਧੀ ਇਸ ਗੱਲ ਤੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਇਹ ਕਹਿੰਦੇ ਹਨ ਕਿ ਸਰਕਾਰ ਜਾਇਦਾਦ ਵੇਚਣ ਵਿੱਚ ਜੁਟ ਗਈ ਹੈ ਡੰਡੀ। ਦੇਸ਼ ਨੇ ਪਿਛਲੇ 70 ਸਾਲਾਂ ਵਿੱਚ ਜੋ ਕੁਝ ਕਮਾਇਆ ਹੈ, ਉਸ ਸੰਪੱਤੀ ਨੂੰ ਉਹ ਧਨਾਢਾਂ ਦੇ ਹਵਾਲੇ ਕਰ ਰਹੀ ਹੈ ਡੰਡੀ। ਇਸ ਨਾਲ ਜਿੱਥੇ ਨੌਜਵਾਨਾਂ ਦਾ ਭਵਿੱਖ ਤਬਾਹ ਹੋ ਜਾਏਗਾ, ਉੱਥੇ ਧਨਾਢਾਂ ਲਈ ਆਪਣੀ ਮਨਮਰਜ਼ੀ ਕਰਨ ਦਾ ਰਸਤਾ ਖੁੱਲ ਜਾਏਗਾ ਡੰਡੀ। ਇਹ ਵੀ ਕਿ ਦੇਸ਼ ਵਿੱਚ ਸੁਧਾਰਾਂ ਲਈ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਸਰਕਾਰ ਨੇ ਧਨ ਹਾਸਲ ਕਰਨ ਲਈ ਗਲਤ ਰਸਤਾ ਚੁਣਿਆ ਹੈ ਡੰਡੀ। ਕੋਈ ਵੀ ਦੇਸ਼ ਭਗਤ ਇਸ ਦਾ ਵਿਰੋਧ ਕਰੇਗਾ ਡੰਡੀ। ਇਹ ਵੀ ਕਿ ਅਜਿਹੀ ਵਿਵਸਥਾ ਨਾਲ ਰੁਜ਼ਗਾਰ ਦੇ ਅਵਸਰ ਖਤਮ ਹੋ ਜਾਣਗੇ ਡੰਡੀ ਪੈਰਾ। ਚਾਹੇ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ ਇਸ ਦੇ ਜਵਾਬ ਵਿੱਚ ਇਹ ਕਿਹਾ ਹੈ ਕਿ ਸਰਕਾਰ ਇਨ੍ਹਾਂ ਸੰਪਤੀਆਂ ਨੂੰ ਵੇਚ ਨਹੀਂ ਰਹੀ, ਸਗੋਂ ਇਨ੍ਹਾਂ ਨੂੰ ਪੱਟੇ ਤੇ ਦੇ ਰਹੀ ਹੈ ਡੰਡੀ। ਇਸ ਨਾਲ 6 ਲੱਖ ਕਰੋੜ ਰੁਪਏ ਕਮਾਏ ਜਾਣਗੇ ਡੰਡੀ। ਉਨ੍ਹਾਂ ਨੇ ਇਸ ਨੂੰ ਕੌਮੀ ਮੋਨੋਟਾਈਜੇਸ਼ਨ ਪਾਈਪਲਾਈਨ ਯੋਜਨਾ ਦਾ ਖਾਕਾ ਕਿਹਾ ਹੈ ਡੰਡੀ। ਜਿੱਥੋਂ ਤੱਕ ਆਰਥਿਕ ਉਦਾਰੀਕਰਨ ਦਾ ਸਬੰਧ ਹੈ, ਜਿਸ ਅਧੀਨ ਸਰਕਾਰੀ ਜਾਇਦਾਦਾਂ ਨੂੰ ਵੇਚਣ ਜਾਂ ਨਿੱਜੀਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ, ਇਹ ਨਰਸਿਮਹਾ ਰਾਓ ਦੀ ਸਰਕਾਰ ਵੇਲੇ 1991 ਵਿੱਚ ਸ਼ੁਰੂ ਹੋਇਆ ਸੀ ਡੰਡੀ। ਡਾਕਟਰ ਮਨਮੋਹਨ ਸਿੰਘ ਉਸ ਸਮੇਂ ਕੇਂਦਰੀ ਵਿੱਤ ਮੰਤਰੀ ਸਨ ਡੰਡੀ। ਕੇਂਦਰ ਵਿੱਚ ਕਾਂਗਰਸ ਦੀ ਹਕੂਮਤ ਸਮੇਂ ਹੀ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਸਰਕਾਰੀ ਖੇਤਰ ਵਿੱਚ ਵੱਧ ਤੋਂ ਵੱਧ ਅਸਾਸੇ ਲਾਉਣ ਦੀ ਯੋਜਨਾ ਨੂੰ ਵੱਡੀ ਹੱਦ ਤੱਕ ਬਦਲ ਦਿੱਤਾ ਗਿਆ ਸੀ ਡੰਡੀ। ਅੱਜ ਜੇਕਰ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ ਤਾਂ ਉਸ ਲਈ ਇਹ ਸੋਚਣ ਦੀ ਵੀ ਲੋੜ ਹੈ ਕਿ ਕੇਂਦਰ ਵਿੱਚ ਉਸ ਦੇ ਪ੍ਰਸ਼ਾਸਨ ਸਮੇਂ ਅਜਿਹੀ ਲੀਹ ਪਾ ਦਿੱਤੀ ਗਈ ਸੀ ਡੰਡੀ, ਪਰ ਹੁਣ ਇਸ ਪ੍ਰਕਿਰਿਆ ਨੂੰ ਮੋਦੀ ਸਰਕਾਰ ਨੇ ਪੂਰੀ ਤੇਜ਼ੀ ਨਾਲ ਇਸ ਰਸਤੇ ਤੇ ਪਾ ਦਿੱਤਾ ਹੈ ਡੰਡੀ। ਉਸਨੇ ਸੜਕਾਂ, ਰੇਲਵੇ, ਬਿਜਲੀ, ਦੂਰਸੰਚਾਰ, ਤੇਲ ਅਤੇ ਗੈਸ ਆਦਿ ਦੇ ਨਾਲ-ਨਾਲ ਖੇਡ ਸਟੇਡੀਅਮ, ਬੰਦਰਗਾਹਾਂ, ਏਅਰਪੋਰਟ ਆਦਿ ਨੂੰ ਵੀ ਇਸ ਦੇ ਘੇਰੇ ਵਿੱਚ ਲੈ ਆਂਦਾ ਹੈ ਡੰਡੀ। ਇਸ ਤੋਂ ਇੱਕ ਗੱਲ ਸਾਫ਼ ਜ਼ਾਹਰ ਹੈ ਕਿ ਸਰਕਾਰ 70 ਸਾਲ ਪਹਿਲਾਂ ਆਪਣੇ ਵੱਲੋਂ ਆਰੰਭੇ ਵੱਡੇ ਛੋਟੇ ਸਾਰੇ ਕਾਰਜਾਂ ਵਿੱਚ ਬੁਰੀ ਤਰ੍ਹਾਂ ਫੇਲ ਹੋ ਗਈ ਹੈ ਡੰਡੀ। ਜੇਕਰ ਕੱਲ ਨੂੰ ਨਿੱਜੀ ਕੰਪਨੀਆਂ ਪਟੇ ਤੇ ਲਏ ਇਨ੍ਹਾਂ ਹੀ ਸਰਕਾਰੀ ਅਸਾਸਿਆਂ ਤੋਂ ਲਾਭ ਚੁੱਕਣਗੀਆਂ ਤਾਂ ਇਹ ਸਰਕਾਰੀ ਕੰਮਕਾਜ ਵਿਚਲੀ ਅਸਫਲਤਾ ਨੂੰ ਹੀ ਸਾਹਮਣੇ ਲਿਆਉਣ ਦੀ ਗੱਲ ਹੋਵੇਗੀ ਡੰਡੀ। ਅਸੀਂ ਦੇਸ਼ ਦੇ ਮਜ਼ਬੂਤ ਬੁਨਿਆਦੀ ਢਾਂਚੇ ਦੇ ਖਿਲਾਫ ਨਹੀਂ ਹਾਂ, ਸਗੋਂ
ਇਸ ਨਾਲ ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਕੁਝ ਦਿਨ ਪਹਿਲਾਂ ਦੇਸ਼ ਦੀ ਵਿੱਤ ਮੰਤਰੀ ਨੇ ਸਰਕਾਰ ਦੀਆਂ ਸੰਪਤੀਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਜੋ ਗੱਲ ਕਹੀ ਹੈ ਉਸ ਨੂੰ ਅਸੀਂ ਦੇਸ਼ ਲਈ ਇੱਕ ਮੰਦਭਾਗਾ ਅਮਲ ਸਮਝਦੇ ਹਾਂ। ਡੰਡੀ ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ ਲਈ ਇਸ ਦੇ ਕੀ ਨਤੀਜੇ ਨਿਕਲ ਸਕਦੇ ਹਨ, ਹਾਲੇ ਤਾਂ ਉਹਨਾਂ ਦਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ, ਪਰ ਇਹ ਗੱਲ ਯਕੀਨੀ ਹੈ ਕਿ ਜਨਸਧਾਰਨ ਨੂੰ ਆਪਣੀ ਜੀਵਨ ਤੋਰ ਲਈ ਵੱਡੀਆਂ ਕੰਪਨੀਆਂ ਅਤੇ ਸ਼ਾਹੂਕਾਰਾਂ ਵੱਲ ਵੇਖਣਾ ਪਵੇਗਾ। ਡੰਡੀ ਅੱਜ ਚਾਹੇ ਰਾਹੁਲ ਗਾਂਧੀ ਇਸ ਗੱਲ ਤੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਇਹ ਕਹਿੰਦੇ ਹਨ ਕਿ ਸਰਕਾਰ ਜਾਇਦਾਦ ਵੇਚਣ ਵਿੱਚ ਜੁਟ ਗਈ ਹੈ। ਡੰਡੀ ਦੇਸ਼ ਨੇ ਪਿਛਲੇ 70 ਸਾਲਾਂ ਵਿੱਚ ਜੋ ਕੁਝ ਕਮਾਇਆ ਹੈ ਉਸ ਸੰਪਤੀ ਨੂੰ ਉਹ ਧਨਾਢਾਂ ਦੇ ਹਵਾਲੇ ਕਰ ਰਹੀ ਹੈ। ਡੰਡੀ ਇਸ ਨਾਲ ਜਿੱਥੇ ਨੌਜਵਾਨਾਂ ਦਾ ਭਵਿੱਖ ਤਬਾਹ ਹੋ ਜਾਏਗਾ ਉੱਥੇ ਧਨਾਢਾਂ ਲਈ ਆਪਣੀ ਮਨਮਰਜ਼ੀ ਕਰਨ ਦਾ ਰਸਤਾ ਖੁੱਲ ਜਾਏਗਾ। ਡੰਡੀ ਇਹ ਵੀ ਕਿ ਦੇਸ਼ ਵਿੱਚ ਸੁਧਾਰਾਂ ਲਈ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਸਰਕਾਰ ਨੇ ਧਨ ਹਾਸਲ ਕਰਨ ਲਈ ਗਲਤ ਰਸਤਾ ਚੁਣਿਆ ਹੈ। ਡੰਡੀ ਕੋਈ ਵੀ ਦੇਸ਼ ਭਗਤ ਇਸ ਦਾ ਵਿਰੋਧ ਕਰੇਗਾ। ਡੰਡੀ ਇਹ ਵੀ ਕਿ ਅਜਿਹੀ ਵਿਵਸਥਾ ਨਾਲ ਰੁਜ਼ਗਾਰ ਦੇ ਅਵਸਰ ਖਤਮ ਹੋ ਜਾਣਗੇ। ਡੰਡੀ ਪੈਰਾ ਚਾਹੇ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ ਇਸ ਦੇ ਜਵਾਬ ਵਿੱਚ ਇਹ ਕਿਹਾ ਹੈ ਕਿ ਸਰਕਾਰ ਇਨ੍ਹਾਂ ਸੰਪਤੀਆਂ ਨੂੰ ਵੇਚ ਨਹੀਂ ਰਹੀ, ਸਗੋਂ ਇਨ੍ਹਾਂ ਨੂੰ ਪੱਟੇ ਤੇ ਦੇ ਰਹੀ ਹੈ। ਡੰਡੀ ਇਸ ਨਾਲ 6 ਲੱਖ ਕਰੋੜ ਰੁਪਏ ਕਮਾਏ ਜਾਣਗੇ। ਡੰਡੀ ਉਹਨਾਂ ਨੇ ਇਸ ਨੂੰ ਕੌਮੀ ਮੋਨੋਟਾਈਜੇਸ਼ਨ ਪਾਈਪਲਾਈਨ ਯੋਜਨਾ ਦਾ ਖਾਕਾ ਕਿਹਾ ਹੈ। ਡੰਡੀ ਜਿੱਥੋਂ ਤੱਕ ਆਰਥਿਕ ਉਦਾਰੀਕਰਨ ਦਾ ਸਬੰਧ ਹੈ, ਜਿਸ ਅਧੀਨ ਸਰਕਾਰੀ ਜਾਇਦਾਦਾਂ ਨੂੰ ਵੇਚਣ ਜਾਂ ਨਿੱਜੀਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ, ਇਹ ਨਰਸਿਮਹਾ ਰਾਓ ਦੀ ਸਰਕਾਰ ਵੇਲੇ 1991 ਵਿੱਚ ਸ਼ੁਰੂ ਹੋਇਆ ਸੀ। ਡੰਡੀ ਡਾਕਟਰ ਮਨਮੋਹਨ ਸਿੰਘ ਉਸ ਸਮੇਂ ਕੇਂਦਰੀ ਵਿੱਤ ਮੰਤਰੀ ਸਨ। ਡੰਡੀ ਕੇਂਦਰ ਵਿੱਚ ਕਾਂਗਰਸ ਦੀ ਹਕੂਮਤ ਸਮੇਂ ਹੀ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਸਰਕਾਰੀ ਖੇਤਰ ਵਿੱਚ ਵੱਧ ਤੋਂ ਵੱਧ ਅਸਾਸੇ ਲਾਉਣ ਦੀ ਯੋਜਨਾ ਨੂੰ ਵੱਡੀ ਹੱਦ ਤੱਕ ਬਦਲ ਦਿੱਤਾ ਗਿਆ ਸੀ। ਡੰਡੀ ਅੱਜ ਜੇਕਰ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ ਤਾਂ ਉਸ ਲਈ ਇਹ ਸੋਚਣ ਦੀ ਵੀ ਲੋੜ ਹੈ ਕਿ ਕੇਂਦਰ ਵਿੱਚ ਉਸ ਦੇ ਪ੍ਰਸ਼ਾਸਨ ਸਮੇਂ ਅਜਿਹੀ ਲੀਹ ਪਾ ਦਿੱਤੀ ਗਈ ਸੀ। ਡੰਡੀ ਪਰ ਹੁਣ ਇਸ ਪ੍ਰਕਿਰਿਆ ਨੂੰ ਮੋਦੀ ਸਰਕਾਰ ਨੇ ਪੂਰੀ ਤੇਜ਼ੀ ਨਾਲ ਇਸ ਰਸਤੇ ਤੇ ਪਾ ਦਿੱਤਾ ਹੈ। ਡੰਡੀ ਉਸਨੇ ਸੜਕਾਂ, ਰੇਲਵੇ, ਬਿਜਲੀ, ਦੂਰਸੰਚਾਰ, ਤੇਲ ਅਤੇ ਗੈਸ ਆਦਿ ਦੇ ਨਾਲ ਖੇਡ ਸਟੇਡੀਅਮ, ਬੰਦਰਗਾਹਾਂ, ਏਅਰਪੋਰਟ ਆਦਿ ਨੂੰ ਵੀ ਇਸ ਦੇ ਘੇਰੇ ਵਿੱਚ ਲੈ ਆਂਦਾ ਹੈ। ਡੰਡੀ ਇਸ ਤੋਂ ਇੱਕ ਗੱਲ ਸਾਫ਼ ਜ਼ਾਹਰ ਹੈ ਕਿ ਸਰਕਾਰ 70 ਸਾਲ ਪਹਿਲਾਂ ਆਪਣੇ ਵੱਲੋਂ ਆਰੰਭੇ ਵੱਡੇ ਛੋਟੇ ਸਾਰੇ ਕਾਰਜਾਂ ਵਿੱਚ ਬੁਰੀ ਤਰ੍ਹਾਂ ਫੇਲ ਹੋ ਗਈ ਹੈ। ਡੰਡੀ ਜੇਕਰ ਕੱਲ ਨੂੰ ਨਿੱਜੀ ਕੰਪਨੀਆਂ ਪੱਟੇ ਤੇ ਲਏ ਇੰਨਾ ਹੀ ਸਰਕਾਰੀ ਅਸਾਸਿਆਂ ਤੋਂ ਲਾਭ ਚੁੱਕਣਗੀਆਂ ਤਾਂ ਇਹ ਸਰਕਾਰੀ ਕੰਮਕਾਜ ਵਿਚਲੀ ਅਸਫਲਤਾ ਨੂੰ ਹੀ ਸਾਹਮਣੇ ਲਿਆਉਣ ਦੀ ਗੱਲ ਹੋਵੇਗੀ। ਡੰਡੀ ਅਸੀਂ ਦੇਸ਼ ਦੇ ਮਜ਼ਬੂਤ ਬੁਨਿਆਦੀ ਢਾਂਚੇ ਦੇ ਖਿਲਾਫ ਨਹੀਂ ਹਾਂ, ਸਗੋਂ ਇਸ ਨਾਲ ਜੀਵਨ ਨੂੰ ਗਤੀ ਮਿਲਦੀ ਹੈ, ਪਰ ਕੌਮੀ ਮੁਦਰੀਕਰਨ ਯੋਜਨਾ ਨੂੰ ਆਧਾਰ ਬਣਾ ਕੇ ਅਜਿਹੇ ਦਾਅਵੇ ਇਸ ਕਰਕੇ ਦੇਸ਼ ਲਈ ਨਮੋਸ਼ੀ ਦਾ ਕਾਰਨ ਬਣ ਸਕਦੇ ਹਨ ਕਿਉਂਕਿ ਇਨ੍ਹਾਂ ਯਤਨਾਂ ਅਧੀਨ ਸਰਕਾਰੀ ਅਸਾਸਿਆਂ ਨੂੰ ਨਿੱਜੀ ਕਾਰੋਬਾਰੀਆਂ ਨੂੰ ਸੌਂਪਿਆ ਜਾਂਦਾ ਹੈ ਤਾਂ ਉਹ ਲੋਕਾਂ ਦੇ ਸਰੋਕਾਰਾਂ ਨੂੰ ਸੰਬੋਧਿਤ ਨਹੀਂ ਹੋ ਸਕਦੇ। ਡੰਡੀ ਸਰਕਾਰ ਨੇ ਆਪਣੇ ਹਰ ਪੱਧਰ ਤੇ ਜੀਵਨ ਜੀ ਰਹੇ ਲੋਕਾਂ ਦੀ ਸਾਰ ਲੈਣੀ ਹੁੰਦੀ ਹੈ। ਡੰਡੀ ਇਹ ਗੱਲ ਉਸ ਦੀ ਪਹਿਲ ਵਿੱਚ ਸ਼ਾਮਿਲ ਹੋਣੀ ਚਾਹੀਦੀ ਹੈ। ਡੰਡੀ ਸਸਤਾ ਅਨਾਜ, ਸਸਤਾ ਸਫ਼ਰ ਅਤੇ ਹੋਰ ਸਸਤੀਆਂ ਸੁੱਖ ਸਹੂਲਤਾਂ ਆਮ ਲੋਕਾਂ ਨੂੰ ਦੇਣਾ ਉਸ ਦਾ ਫਰਜ਼ ਹੁੰਦਾ ਹੈ। ਡੰਡੀ ਸਟਾਪ।